ਹੈਲੋ ਪਲੱਸ 2 ਕਲਾਸ। ਆਪਾਂ ਸੈਕਿੰਡ ਯੂਨਿਟ ਕਰ ਰਹੇ ਹਾਂ ਕਰੰਟ ਇਲੈਕਟ੍ਰਿਸਿਟੀ। ਆਈ ਹੋਪ ਕਿ ਤੁਸੀਂ ਇਸ ਤੋਂ ਪਹਿਲੇ ਜਿਹੜੀ ਮੈਂ ਵੀਡੀਓ ਟੈਂਪਰੇਚਰ ਕੋਫੀਸ਼ੀਐਂਟ ਵਾਲੀ ਪਾਈ ਸੀ ਉਹ ਤੁਸੀਂ ਦੇਖ ਲਈ ਹੋਣੀ। ਉਸ ਦੇ ਰਿਗਾਰਡਿੰਗ ਹੀ ਇੱਕ ਤੁਹਾਨੂੰ ਕੁਐਸਚਨ ਪੁੱਛਣ ਜਾ ਰਹੀ ਹਾਂ। ਉਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਆਪਣੇ ਨਾਲ ਕੰਟੀਨਿਊ ਕਰਾਂਗੇ। ਸੋ ਟੈਲ ਮੀ the question is, why standard coils are made from alloys like Eureka? ਜਿਨ੍ਹਾਂ ਨੇ ਵੀਡੀਓ ਦੇਖੀ ਹੈ ਉਹਨਾਂ ਨੂੰ ਕਲੀਅਰ ਕੱਟ ਆਨਸਰ ਵੈਸੇ ਮੈਂ ਦਿੱਤਾ ਵੀ ਹੋਇਆ, ਉਹਨਾਂ ਨੂੰ ਪਤਾ ਵੀ ਲੱਗ ਗਿਆ। ਬਾਕੀ ਬੱਚੇ ਪਿਛਲੀ ਵੀਡੀਓ ਜ਼ਰੂਰ ਦੇਖਿਓ, ਸਮਝਿਓ। ਜੇ ਕੋਈ ਡਾਊਟ ਹੈ ਤਾਂ ਮੈਨੂੰ ਪੁੱਛਿਓ। ਆਪਾਂ ਮੀਟਰ ਬ੍ਰਿਜ ਵਗੈਰਾ ਅੱਗੇ ਜਾ ਕੇ ਪੜਾਂਗੇ। ਉਸ 'ਚ ਜਿਹੜੀ ਵਾਇਰ ਲੱਗੀ ਹੁੰਦੀ ਹੈ ਜਾਂ ਸਟੈਂਡਰਡਸ ਕੋਇਲ ਹੁੰਦੀ ਹੈ ਉਹ ਸਪੈਸ਼ਲੀ ਮਟੀਰੀਅਲ ਦੀ ਬਣਾਈ ਗਈ ਹੁੰਦੀ ਹੈ ਜਿਨ੍ਹਾਂ ਦਾ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਲੋ ਹੋਵੇ ਅਤੇ ਰੈਜ਼ਿਸਟਿਵਿਟੀ ਹਾਈ ਹੋਵੇ। ਉਸ ਤੋਂ ਬਾਅਦ ਮੈਂ ਤੁਹਾਨੂੰ ਕਲਰ ਕੋਡ ਆਫ ਕਾਰਬਨ ਰਜਿਸਟਰ ਵੀ ਕਰਵਾ ਚੁੱਕੀ ਹਾਂ। ਉਸ 'ਚ ਕੁਝ ਕੁਐਸਚਨ ਹੈ, ਦੇਖੋ। ਫਸਟ ਕੁਐਸਚਨ ਤੁਸੀਂ ਦੱਸਣਾ ਹੈ ਇਹਦੇ ਆਨਸਰ ਠੀਕ ਹੈ ਜਾਂ ਨਹੀਂ ਹੈ। ਮੈਂ ਆਨਸਰ ਲਿਖੇ ਹੈ, ਮੇ ਬੀ these are true or false. You have to tell which one is true and which is false. First question is, the sequence of color on a carbon resistor is red and silver. Find the resistance. Second, the sequence of colored ring is blue, white and yellow. Find the resistance. How will you convert a resistance of 3700 plus minus 10% by color code? ठीक है, जे नहीं पता लग रहा तो वो वाली वीडियो कलर कोडिंग ऑफ कार्बन रजिस्टर्स तुसी देख के दोबारा इन्हां दे आंसर फाइंड आउट करने हैं। उस तो बाद ਆਪਾਂ ਆਪਣਾ ਨੈਕਸਟ ਟੌਪਿਕ ਨਾਲ ਅੱਜ ਦੀ ਵੀਡੀਓ ਵਿੱਚ ਆਪਾਂ ਪੜ੍ਹਾਉਣਾ ਹੈ ਨੋਨ ਓਹਮਿਕ ਡਿਵਾਈਸਿਸ ਐਂਡ ਰੈਜ਼ਿਸਟੈਂਸ ਇਨ ਸੀਰੀਜ਼ ਐਂਡ ਰੈਜ਼ਿਸਟੈਂਸ ਇਨ ਪੈਰਲਲ। ਠੀਕ ਹੈ, ਸਟਾਰਟ ਕਰਦੇ ਹਾਂ ਆਪਾਂ। ਨੋਨ ਓਹਮਿਕ ਡਿਵਾਈਸਿਸ, ਓਮਸ ਲਾ ਤੁਹਾਨੂੰ ਪੜ੍ਹਾ ਚੁੱਕੀ ਹਾਂ। ਜਿਹੜੇ ਇਲੈਕਟ੍ਰਿਕ ਡਿਵਾਈਸਿਸ ਓਮਸ ਲਾ ਨੂੰ ਓਬੇ ਨਹੀਂ ਕਰਦੇ ਹੈਗੇ, ਦੈਟ ਡਿਵਾਈਸਿਸ ਆਰ ਕਾਲਡ ਨੋਨ ਓਹਮਿਕ ਡਿਵਾਈਸਿਸ। ਜਿਸ ਤਰ੍ਹਾਂ ਵੈਕਿਊਮ ਟਿਊਬਸ ਹੋ ਗਈ, ठीक है। वैक्यूम ट्यूब नॉन ओहमिक डिवाइस है बिकॉज इट डज नॉट ओबे ओम्स ला। ओम्स ला की सीगा, V is directly proportional to I. See in this graph, there V is shown and I is shown on Y axis. If this is not straight line, किसी डिवाइस का आपां V ते I दे विच ग्राफ बनाइए, जे वो स्ट्रेट लाइन नहीं है दैट मीनस वो कर्वड लाइनस है तो वो ओम्स ला नू ओबे नहीं कर रही हैगी। सो दैट डिवाइसिस नॉन ओहमिक डिवाइसिस। ठीक है, V अपॉन I इज इक्वल टू R। आप रिलेशन पढ़िया सी ना, V अपॉन I इज इक्वल टू R। ठीक है, यह रिलेशन वैसे तो वैलिड है नॉन ओहमिक डिवाइसिस ਲਈ। ठीक है, बट ओमिक कंडक्टर्स लिए आर दी वैल्यू, दिस आर दी वैल्यू कॉन्सटेंट होएगी। बट नॉन ओमिक डिवाइसिस लिए यह आर दी वैल्यू कॉन्सटेंट नहीं होएगी। जदों ओम्स ला कदों फेल हुंदा है, जदों V अपॉन I कॉन्सटेंट नहीं हुंदा हैगा। ठीक है, देखो तुसी सब तो फर्स्ट ग्राफ देखो, दिस वन। इस ग्राफ च फिलामेंट ऑफ बल्ब का दिखाया होया है। इस च तुसी की देख रहे हो, रिलेशन बिटवीन V एंड I इज नॉन लीनियर। ठीक है, कितने तो डॉटेड लाइन नाल दिखाया होया सीगा कि लीनियर होना चाहिए सी, बट इट इज़ नॉन लीनियर। सो इट इज़ नॉन ओहमिक डिवाइस। एंड उस तो बाद दिखाया होया है वैक्यूम ट्यूब्स का, दिस इज़ आल्सो नॉन लीनियर। उस तो बाद थर्ड डायग्राम देखो, जंक्शन डायोड दिखाया हुआ है। जंक्शन डायोड च I जिहड़ा करंट है एंड V पोटेंशियल डिफरेंस है। ठीक है, V ते I किते डिपेंड करते होंगे हैं, साइन ऑफ V ते। ठीक है, V दे साइन दे उत्ते I डिपेंड करता होंदा है। I करंट होंदा है, कुछ खास वैल्यू होंदी है V दे अकॉर्डिंग। ठीक है, V दी
ਕੁਝ ਖਾਸ ਵੈਲਿਊ ਦੇ ਨਾਲ ਹੀ I ਦੀ ਵੈਲਿਊ ਫਿਕਸ ਹੁੰਦੀ ਹੈ। ਜਦੋਂ ਰਿਵਰਸਿੰਗ ਆਪਾਂ ਡਾਇਰੈਕਸ਼ਨ V ਦੀ ਡਾਇਰੈਕਸ਼ਨ ਰਿਵਰਸ ਕਰ ਦਿੰਨੇ ਆ, ਇਹਦਾ ਮੈਗਨੀਟਿਊਡ ਫਿਕਸ ਰੱਖ ਕੇ, ਦੈਨ ਉਸੇ ਜਦੋਂ ਉਨੀ ਹੀ ਵੈਲਿਊ 'ਚ I ਦੀ ਵੈਲਿਊ ਨਹੀਂ ਫਿਕਸ ਹੁੰਦੀ ਹੈਗੀ, ਮੀਨਸ V ਤੇ I ਆਪਸ 'ਚ ਇੱਕ ਦੂਜੇ ਤੇ ਨਹੀਂ ਐਕਚੁਅਲੀ ਡਿਪੈਂਡ ਕਰ ਰਹੇ ਹੈਗੇ, V ਦੇ ਹਿਸਾਬ ਨਾਲ I ਦੀ ਵੈਲਿਊ ਫਿਕਸ ਨਹੀਂ ਹੋ ਰਹੀ ਹੈਗੀ, ਦੈਨ ਇਸ ਤਰ੍ਹਾਂ ਦੀ ਇੱਕ ਗ੍ਰਾਫ ਆਪਣੇ ਕੋਲ ਆਉਂਦਾ। ਦਿਸ ਇਜ਼ ਕਾਲਡ ਜੰਕਸ਼ਨ ਡਾਇਓਡ। ਠੀਕ ਹੈ, ਇਹ ਜੰਕਸ਼ਨ ਡਾਇਓਡ ਆਪਾਂ ਅੱਗੇ ਜਾ ਕੇ 9th ਯੂਨਿਟ 'ਚ ਪੜਾਂਗੇ, ਬਹੁਤ ਡਿਟੇਲ 'ਚ ਪੜ੍ਹਨਾ ਇਹ ਜੰਕਸ਼ਨ ਡਾਇਓਡ, ਪੂਰੇ ਦਾ ਪੂਰਾ ਚੈਪਟਰ ਹੈ ਇਹ। ਉਸ ਤੋਂ ਬਾਅਦ ਆਪਣੇ ਕੋਲ ਹੈ ਥਰਮਿਸਟਰ। ਦਿਸ ਵਨ ਥਰਮਿਸਟਰਸ ਹੁੰਦੇ ਕੀ ਹੈ, ਬੜਾ ਇੱਕ ਛੋਟਾ ਜਿਹਾ ਡਿਵਾਈਸ ਹੁੰਦਾ ਹੈ, ਹੀਟ ਸੈਂਸਿਟਿਵ ਹੁੰਦਾ ਇਹ, ਥੋੜੀ ਜਿਹੀ ਹੀਟ ਨਾਲ ਹੀ ਸੈਂਸਿਟਿਵ ਹੋ ਜਾਂਦਾ ਇਹ। ਇਹਦੀ ਰੈਜ਼ਿਸਟਿਵਿਟੀ ਬੜੀ ਰੈਪਿਡਲੀ ਚੇਂਜ ਹੁੰਦੀ ਹੈ ਜਦੋਂ ਆਪਾਂ ਟੈਂਪਰੇਚਰ ਚੇਂਜ ਕਰਦੇ ਹਾਂ। ਠੀਕ ਹੈ, ਮਤਲਬ ਇਹਦਾ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟਿਵਿਟੀ ਬਹੁਤ ਹਾਈ ਹੁੰਦੀ ਹੈ। ਠੀਕ ਹੈ, ਔਰ ਇਹ ਬਣਦੇ ਥਰਮਿਸਟਰ ਬਣਦੇ ਤੁਸੀਂ ਸਰਕਿਟਸ ਦੇ ਵਿੱਚ ਦੇਖੇ ਹੋਣਗੇ, ਇੱਕ ਬੀਡਸ ਵਰਗੇ ਹੁੰਦੇ ਆ, ਮੋਤੀ ਜਿਹੇ ਵਰਗੇ, ਜਾਂ ਛੋਟੀ ਛੋਟੀ ਰੋਡਸ ਹੁੰਦੀਆਂ, ਡਿਸਕਸ ਵੀ ਹੋ ਸਕਦੀਆਂ, ਅਲੱਗ-ਅਲੱਗ ਸ਼ੇਪ 'ਚ ਆ ਸਕਦੇ ਆਉਂਦੇ ਆ ਇਹ ਬਹੁਤ ਸਮਾਲ ਸਾਈਜ਼ ਦੇ ਸਰਕਿਟ ਦੇ ਵਿੱਚ ਲੱਗੇ ਹੁੰਦੇ ਆ। ਠੀਕ ਹੈ, ਇਹ ਬਣਦੇ ਕਿੱਥੋਂ ਹੈ, ਨਿਕਲ, ਆਇਰਨ, ਕਾਪਰ, ਕੋਬਾਲਟ ਵਗੈਰਾ ਦੇ ਆਕਸਾਈਡਸ ਦੇ ਬਣੇ ਹੁੰਦੇ ਆ ਇਹ। ਇਸ ਤਰ੍ਹਾਂ ਦੇ ਥਰਮਿਸਟਰ ਵੀ ਨਾਨ ਓਹਮਿਕ ਡਿਵਾਈਸਿਸ ਹੁੰਦੇ ਨੇ। ਠੀਕ ਹੈ, ਔਰ ਇਹ ਥਰਮਿਸਟਰਸ ਦੀ ਆਪਾਂ ਇੰਪੋਰਟੈਂਸ ਵੀ ਤੁਹਾਨੂੰ ਦੱਸ ਦਿੰਨੇ ਆ। ਸਮਾਲ ਟੈਂਪਰੇਚਰ ਚੇਂਜਿਸ ਦੇ ਵਿੱਚ ਇਹ ਡਿਟੈਕਟ ਕਰ ਦਿੰਦੇ ਆ ਕਿ ਕਿਸੇ ਵੀ ਆਪਰੇਟਸ ਦੇ ਡਿਵਾਈਸ ਦੇ ਵਿੱਚ ਟੈਂਪਰੇਚਰ ਥੋੜਾ ਜਿਹਾ ਵੀ ਜੇ ਚੇਂਜ ਹੋਇਆ। ਠੀਕ ਹੈ, ਸੇਫ ਗਾਰਡ ਫਿਲਾਮੈਂਟ ਆਫ, ਜਦੋਂ ਆਪਾਂ ਜਿਵੇਂ ਟੀਵੀ ਦਾ ਹੁੰਦਾ, ਟੀਵੀ ਦੀ ਸਕਰੀਨ ਹੁੰਦੀ ਹੈ, ਉਸ ਦੇ ਵਿੱਚ ਇੱਕ ਪਿਕਚਰ ਟਿਊਬ ਹੁੰਦੀ ਹੈ, ਉਸ ਪਿਕਚਰ ਟਿਊਬ ਦਾ ਫਿਲਾਮੈਂਟ ਹੁੰਦਾ, ਫਿਲਾਮੈਂਟ ਨੂੰ ਸੇਫਲੀ ਗਾਰਡ ਕਰਨ ਲਈ, ਉਹਦਾ ਪ੍ਰੋਟੈਕਸ਼ਨ ਦੇ ਲਈ ਆਪਾਂ ਥਰਮਿਸਟਰ ਯੂਜ਼ ਕਰਦੇ ਹਾਂ। ਠੀਕ ਹੈ, ਵੋਲਟੇਜ ਸਟੈਬਿਲਾਈਜੇਸ਼ਨ 'ਚ, ਰਿਮੋਟ ਸੈਂਸਿੰਗ 'ਚ ਥਰਮਿਸਟਰਸ ਯੂਜ਼ ਹੁੰਦੇ ਆ। ਠੀਕ ਹੈ, ਜਨਰੇਟਰ, ਟਰਾਂਸਫਾਰਮਰ ਜਾਂ ਮੋਟਰਸ, ਇਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਵਾਈਂਡਿੰਗਸ ਹੁੰਦੀ ਹੈ, ਤਾਰਾਂ ਲਪੇਟ ਕੇ ਕੋਇਲ ਜੀ ਬਣਾਈ ਹੁੰਦੀ ਹੈ, ਉਹਦੀ ਪ੍ਰੋਟੈਕਸ਼ਨ ਲਈ ਵੀ ਥਰਮਿਸਟਰ ਯੂਜ਼ ਹੁੰਦਾ ਹੈ। ਠੀਕ ਹੈ, ਇਹ ਥੋੜੀ ਜਿਹੀ ਤੁਹਾਨੂੰ ਦੱਸਣਾ ਹੈ ਨੋਨ ਓਹਮਿਕ ਡਿਵਾਈਸਿਸ ਬਾਰੇ, ਬਸ ਜਸਟ ਇਹਨਾਂ ਨੂੰ ਤੁਹਾਨੂੰ ਸਰਫੇਸ ਲੈਵਲ ਤੇ ਪਤਾ ਹੋਣਾ ਚਾਹੀਦਾ ਹੈ ਥਰਮਿਸਟਰਸ ਹੁੰਦੇ ਕੀ ਆ। ਠੀਕ ਹੈ, ਇੱਕ ਤੁਹਾਨੂੰ ਨਾਮ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਡਿਵਾਈਸ ਜਿਹੜੇ ਹੈਗੇ ਆ ਓਮਸ ਲਾ ਨੂੰ ਫੋਲੋ ਨਹੀਂ ਕਰਦੇ ਹੈਗੇ। ਹਾਂਜੀ ਬੱਚਿਓ, ਇਸ ਤੋਂ ਬਾਅਦ ਆ ਜਾਓ ਰੈਜ਼ਿਸਟੈਂਸ ਇਨ ਸੀਰੀਜ਼ ਟੌਪਿਕ ਹੈ ਆਪਣਾ ਨੈਕਸਟ। ਜਦੋਂ ਆਪਾਂ ਰੈਜ਼ਿਸਟੈਂਸ ਨੂੰ ਸੀਰੀਜ਼ ਦੇ ਵਿੱਚ ਲਗਾਉਂਦੇ ਆ, ਤੁਸੀਂ ਆਹ ਡਾਇਗਰਾਮ ਦੇਖ ਸਕਦੇ ਹੋ। ਇਸ ਡਾਇਗਰਾਮ 'ਚ R1 ਰੈਜ਼ਿਸਟੈਂਸ ਹੈ, R2 ਹੈ, R3 ਹੈ, ਇਹ ਸੀਰੀਜ਼ 'ਚ ਲੱਗੇ ਹੋਏ ਆ। ਠੀਕ ਹੈ, ਰੈਜ਼ਿਸਟਰਸ ਵੀ ਕਹਿ ਦਿੰਦੇ ਆ ਆਪਾਂ, ਰੈਜ਼ਿਸਟੈਂਸ ਵੀ ਕਹਿ ਦਿੰਦੇ ਆ। ਰੈਜ਼ਿਸਟੈਂਸ ਨੂੰ ਸੀਰੀਜ਼ 'ਚ ਲੱਗਿਆ ਹੋਇਆ ਕਦੋਂ ਕਹਿੰਦੇ ਆ, ਜਦੋਂ ਸੇਮ ਕਰੰਟ ਹਰੇਕ ਰੈਜ਼ਿਸਟੈਂਸ ਦੇ ਵਿੱਚੋਂ ਦੀ ਸੇਮ ਕਰੰਟ ਫਲੋ ਕਰ ਰਿਹਾ ਹੈ। ਠੀਕ ਹੈ, ਆਪਾਂ ਕੁਝ ਪੋਟੈਂਸ਼ੀਅਲ ਡਿਫਰੈਂਸ ਆ ਦੇਖੋ ਇੱਥੇ, ਪੋਟੈਂਸ਼ੀਅਲ ਡਿਫਰੈਂਸ ਆਪਾਂ ਇਹਦੇ ਨਾਲ ਬੈਟਰੀ ਨਾਲ ਅਪਲਾਈ ਕੀਤਾ, ਦੈਨ ਸਾਰਿਆਂ ਦੇ ਵਿੱਚ ਦਿਸ ਰੈਜ਼ਿਸਟੈਂਸ 'ਚ, ਦਿਸ 'ਚ ਇਹਨਾਂ ਵਿੱਚ ਸੇਮ ਕਰੰਟ ਫਲੋ ਕਰ ਰਿਹਾ ਹੈ। ਠੀਕ ਹੈ, ਇਸ ਕੰਬੀਨੇਸ਼ਨ ਨੂੰ ਆਪਾਂ ਕਹਾਂਗੇ ਰੈਜ਼ਿਸਟੈਂਸ ਇਨ ਸੀਰੀਜ਼, ਮਤਲਬ ਸਾਰੇ ਰੈਜ਼ਿਸਟਰਸ ਐਂਡ ਟੂ ਐਂਡ ਇੱਕ ਦੂਜੇ ਨਾਲ ਕਨੈਕਟ ਹੁੰਦੇ ਨੇ। ਹਾਂਜੀ, ਮੈਂ ਤੁਹਾਨੂੰ ਕਿਹਾ ਸੇਮ ਕਰੰਟ ਫਲੋ ਕਰਦਾ ਹੈ, ਐਂਡ ਪੋਟੈਂਸ਼ੀਅਲ ਜਿਹੜਾ ਆਪਾਂ ਡਿਫਰੈਂਸ ਇਹਦੇ ਵਿੱਚ ਅਪਲਾਈ ਕਰਦੇ ਹਾਂ, ਉਹ ਪੋਟੈਂਸ਼ੀਅਲ ਡਿਫਰੈਂਸ ਹਰੇਕ ਰੈਜ਼ਿਸਟੈਂਸ ਅਲੱਗ-ਅਲੱਗ ਹੁੰਦਾ। ਠੀਕ ਹੈ, ਹੁਣ ਇਸ ਆਪਾਂ ਡਾਇਗਰਾਮ 'ਚ ਕੀ ਲਿਆ, R1 R2 ਐਂਡ R3 ਕਨੈਕਟਿਡ ਹੈ, ਸੀਰੀਜ਼ 'ਚ ਕਨੈਕਟਿਡ ਹੈ। ਠੀਕ ਹੈ, V ਪੋਟੈਂਸ਼ੀਅਲ ਡਿਫਰੈਂਸ ਆਪਾਂ ਦੇ ਰਹੇ ਹਾਂ ਇੱਕ ਐਂਡ ਤੋਂ, A ਐਂਡ ਤੋਂ B ਐਂਡ ਤੱਕ। ਠੀਕ ਹੈ, ਦਿਸ ਇਜ਼ B ਐਂਡ ਦਿਸ ਇਜ਼ A ਐਂਡ। ਸੀਰੀਜ਼ ਕੰਬੀਨੇਸ਼ਨ ਹੈ ਜੇ ਤਾਂ ਕੀ ਹੋਏਗਾ, ਸੇਮ ਕਰੰਟ I ਫਲੋ ਕਰੇਗਾ ਹਰੇਕ ਰੈਜ਼ਿਸਟੈਂਸ ਦੇ ਵਿੱਚੋਂ ਦੀ। R1 ਚੋਂ ਵੀ I ਕਰੰਟ ਫਲੋ ਕਰ ਰਹੀ ਹੈ, R2 'ਚ ਵੀ I ਕਰੰਟ ਫਲੋ ਕਰ ਰਹੀ ਹੈ,
R3 च भी I करंट फ्लो कर रहा है, बट पोटेंशियल डिफरेंस डिफरेंट होएगा। देखो R1 च पोटेंशियल डिफरेंस होएगा R1 च पोटेंशियल डिफरेंस देखो V1, R2 च पोटेंशियल डिफरेंस V2, R3 च पोटेंशियल डिफरेंस V3। ठीक है, इस सीरीज कंबीनेशन च पर आपां जिहड़ा पोटेंशियल डिफरेंस अप्लाई किया दैट इज V। सो V विल बी इक्वल टू V1 प्लस V2 प्लस V3। नाउ ओम्स लॉ के अकॉर्डिंग जे R टोटल रजिस्टेंस है दैन V इज इक्वल टू IR। जे पूरे आप सर्किट की गल करिए इस सर्किट की, इस V इज इक्वल टू IR। ठीक है, हुण आप अलग अलग रजिस्टेंस की गल करते हैं। फर्स्ट रजिस्टेंस च V1 कितना होएगा I इंटू R1, I तो सेम ही है। V2 कितना होएगा I इंटू R2, V3 होएगा I इंटू R3। ठीक है, ये सारी वैल्यूज आपां इस इक्वेशन 1 च पुट कर दें। दिस इक्वेशन 1 इस च पुट करके देखो की आ गया अपने कोले V की वैल्यू IR, V1 की वैल्यू, V2 की वैल्यू, V3 की वैल्यू। ठीक है, IR इज इक्वल टू IR1 प्लस IR2 प्लस IR3। I कॉमन ले लिया नैक्सट स्टैप दे विच, इस देखो I कॉमन ले लिया दोनों साइड तो, लैफ्ट हैंड साइड एंड राइट हैंड साइड तो I कैंसल हो गया। अपने को रह गया R इज इक्वल टू R1 प्लस R2 प्लस R3 दिस वन। मतलब जदों आप रजिस्टेंस सीरीज़ दे विच जोड़े हुए हैं दैन उन्हों का इक्विवेलेंट रजिस्टेंस, हुण ये सर्किट च 3 रजिस्टेंस है तो इक्विवेलेंट रिजल्टेंट रजिस्टेंट की होएगा तिना का एडिशन प्लस R1 प्लस R2 प्लस R3। यू कैन से number of resistance are connected in series, the net resistance always increases। ठीक है, ये हो गया resistance in series and resistors are to be connected in series if the effective resistance in the circuit is to be increased। जदों आपां सर्किट दे विच resistance increase करना हुंदा है तां आपां resistance नूं सीरीज़ दे विच कनैक्ट करते हैं। ठीक है, सिंगल पाथ हुंदा है, सिंगल पाथ दे विच देखो कनैक्ट होए हुए हैं। ठीक है, एंड द करंट इन द सर्किट इज इंडिपेंडेंट ऑफ द रिलेटिव पोजीशन ऑफ द वेरीअस रजिस्टर इन द सीरीज़। इन्हां दे विचकार डिस्टेंस मैटर नहीं करती हैगी, बस सीरीज़ च होने चाहिए हैं। और इहदा विच जिहड़ी वोल्टेज अक्रॉस रजिस्टर हुंदी है वो डायरैक्टली प्रोपोर्शनल हुंदी है रजिस्टेंस ऑफ द रजिस्टर दे। ठीक है, नैक्सट आ जाओ रजिस्टेंस इन पैरलल। हुण इस आपां इस डायग्राम च देखो रजिस्टेंस पैरलल जोड़े हुए हैं। एक पॉइंट तो दिस पॉइंट एंड दिस पॉइंट तो 3 रजिस्टेंस आपां जोड़े हुए हैं। तिना दा दो एंड जिहड़े हैगे हैं सेम है। कंसीडर 3 resistance of resistance R1, R2, R3 are connected in parallel with a potential difference V। ठीक है, this is R1, this is R2 and this is R3। potential difference अप्लाई किया इहदे विच आपां V। पैरलल कंबीनेशन च की हुंदा है potential difference across each resistance remains same but करंट डिवाइड्स। ठीक है, हुण R1 R2 ते R3 दे विचकार पोटेंशियल डिफरेंस तिन्ना च भी ही होएगा, सेम होएगा, बट करंट अलग अलग होएगा। ठीक है, R1 दे विच करंट I1 होएगा, R2 दे विच करंट I2 होएगा एंड R3 दे विच करंट
I3 ਹੋਏਗਾ। ਠੀਕ ਹੈ, ਰੈਜ਼ਿਸਟੈਂਸ ਇਨ ਸੀਰੀਜ਼ ਦੇ ਪੈਰਲਲ ਦੇ ਵਿੱਚ ਤੁਹਾਨੂੰ ਇੱਕ ਡਿਫਰੈਂਸ ਤਾਂ ਇਹ ਪਤਾ ਲੱਗ ਗਿਆ, ਪੈਰਲਲ ਦੇ ਵਿੱਚ ਸੀਰੀਜ਼ ਨਾਲੋਂ ਕਿਸ ਤਰ੍ਹਾਂ ਡਿਫਰੈਂਸ ਹੁੰਦਾ ਹੈ। ਕਨੈਕਸ਼ਨ ਦੇਖ ਲੈ ਤੁਸੀਂ, all the resistor is connected to one point and other end of all the resistor is connected to another point, right। ਹੁਣ ਇਸ 'ਚ ਆਪਾਂ I ਦੀ ਵੈਲਿਊ, ਟੋਟਲ I ਦੀ ਵੈਲਿਊ ਜਿਹੜਾ ਆਪਾਂ ਸਪਲਾਈ ਕਰ ਰਹੇ ਹਾਂ, this I will be equal to, according to this equation, I is equal to I1 plus I2 plus I3। ठीक है, जे R टोटल रेजिस्टेंस है इस कंबीनेशन का, पूरे सर्किट दे विच टोटल रेजिस्टेंस R है, ठीक है। दैन ओम्स लॉ के अकॉर्डिंग I इज इक्वल टू V अपॉन R, ठीक है। सो आप वैल्यू पुट कर दें। सब तो पहला I1 की होएगा, I1 विल बी इक्वल टू V अपॉन R1, then I2 will be equal to V upon R2, I3 will be equal to V upon R3। ਇਹ ਸਾਰੀ ਵੈਲਿਊਜ਼ ਆਪਾਂ ਇਕੁਏਸ਼ਨ 1 ਦਿਸ ਚ ਪੁੱਟ ਕਰ ਦਿੰਨੇ ਆ, ਠੀਕ ਹੈ। ਇਕੁਏਸ਼ਨ 1 ਚ ਪੁੱਟ ਕਰਕੇ ਆਪਣੇ ਕੋਲ ਆ ਗਿਆ V upon R is equal to V upon R1 plus V upon R2 plus V upon R3। इस आप V कॉमन ले लिया, नैक्सट स्टैप दे विच की किया है, V कॉमन ले लिया, V दोनों साइड्स तो कैंसल हो गया। इसनों आप कवांगे टोटल R नू, इस पूरे सर्किट की टोटल R नू RP कवांगे, क्योंकि पैरलल कंबीनेशन च यह ज्वाइन किए हुए हैं। सो 1 अपॉन RP इज इक्वल टू 1 अपॉन R1 प्लस 1 अपॉन R2 प्लस 1 अपॉन R3। सो जे आप पैरलल कंबीनेशन च कनैक्ट करते हैं रेजिस्टेंस, दैन रेसिप्रोकल ऑफ इक्विवेलेंट रेजिस्टेंस ऑफ अ नंबर ऑफ रेजिस्टर कनैक्टेड इन पैरलल इज इक्वल टू द सम ऑफ द रेसिप्रोकल्स ऑफ द इंडिविजुअल रेजिस्टेंस। सो देखो, जदों आप रेजिस्टेंस पैरलल कनैक्ट किते, दैन इन्हां दी वैल्यू, टोटल वैल्यू डिक्रीज होएगी। जिहड़ा 1 अपॉन RP होएगा ओह R1 R2 ते R3 तिन्नां नालों छोटा होएगा, ठीक है। सो आपां पैरलल कंबीनेशन कदों करदे हां, जदों आपां नूं सर्किट दे विच रेजिस्टेंस डिक्रीज करनी हुंदी है, ठीक है बच्चों। उस तो बाद ਆਪਾਂ ਇਹਨਾਂ ਨੂੰ ਸਮ ਅਪ ਕਰ ਲੈਂਦੇ ਆ। ਪੈਰਲਲ ਰੈਜ਼ਿਸਟਰ ਸਰਕਟ 'ਚ ਆਪਾਂ ਕੀ ਦੇਖਿਆ। ਨੰਬਰ 1, the potential difference across each resistor is the same and is equal to the applied potential difference. Number 2, the current through each resistor is inversely proportional to the resistance of that resistor. Number 3, total current through the parallel combination is the sum of the individual currents through the various resistor. Number 4, the reciprocal of the total resistance of the parallel combination is equal to the sum of the reciprocals of the individual resistance. Number 5, the total resistance in parallel combination is less than the least resistance used in circuit. Number 6, connecting a number of resistors in parallel is equivalent to increasing the cross sectional area of the conductor. Therefore total resistance of parallel combination decreases. सो अज आप नॉन ओहमिक डिवाइसिस एंड रेजिस्टेंस इन सीरीज़ एंड पैरलल कर लिया, ठीक है। एक क्वेश्चन है, तुसी ये क्वेश्चन मैनू सॉल्व करके दसियो।
ਅ ਵਾਇਰ ਆਫ ਰੈਜ਼ਿਸਟੈਂਸ 4R, ਇੱਕ ਆਪਣੇ ਕੋਲ ਰੈਜ਼ਿਸਟੈਂਸ ਵਾਇਰ ਹੈ ਜਿਸ ਦਾ ਰੈਜ਼ਿਸਟੈਂਸ ਹੈ 4R। ਇਹਨੂੰ ਆਪਾਂ ਸਰਕਲ ਦੇ ਵਿੱਚ ਬੈਂਡ ਕਰਤਾ, ਮਤਲਬ ਇਹਦੀ ਸਰਕਲ ਸ਼ੇਪ ਦੇਤੀ। ਇਸ ਡਾਇਆਮੀਟਰ ਦੇ ਵਿੱਚ ਜਿਹੜਾ ਸਰਕਲ ਬਣ ਗਿਆ, ਦੋਨੇ ਐਂਡਸ ਤੇ ਕਿੰਨਾ ਇਫੈਕਟਿਵ ਰੈਜ਼ਿਸਟੈਂਸ ਹੋਏਗਾ। ਠੀਕ ਹੈ, ਦਿਸ ਇਜ਼ ਯੂਅਰ ਕੁਐਸਚਨ। ਸੋ ਫॉर ਨਾउ ਟੇਕ ਕੇਅਰ, ਆਪਾਂ ਅਗਲੀ ਵੀਡੀਓ ਨਾਲ ਮਿਲਦੇ ਹਾਂ। ਥੈਂਕ ਯੂ ਬੇਟਾ।